ਗੁੱਡ ਮਾਰਨਿੰਗ ਬੱਚਿਓ। ਮੈਂ ਤੁਹਾਡਾ ਅਧਿਆਪਕ ਸੁਖਵਿੰਦਰ ਸਿੰਘ, ਗੌਰਮੈਂਟ ਪ੍ਰਾਇਮਰੀ ਸਮਾਰਟ ਸਕੂਲ ਦੌਲਤਪੁਰ, ਬਲਾਕ ਮਲੇਰਕੋਟਲਾ 1, ਡਿਸਟ੍ਰਿਕਟ ਸੰਗਰੂਰ ਤੋਂ। ਕੱਲ੍ਹ ਆਪਾਂ ਨੇ ਕਲਾਸ 4th ਦਾ ਇੰਗਲਿਸ਼ ਦਾ ਫਸਟ ਲੈਸਨ ਕੀਤਾ ਸੀਗਾ, ਦਾ ਕਿੰਗ ਐਂਡ ਹਿਜ ਸੰਸ। ਇਹਦੇ ਕੱਲ੍ਹ ਆਪਾਂ ਨੇ ਵਰਡ ਮੀਨਿੰਗ ਮੈਂ ਤੁਹਾਨੂੰ ਲਿਖਵਾਏ ਸੀਗੇ, ਪੜ੍ਹਾਏ ਸੀਗੇ, ਅਤੇ ਮੈਨੂੰ ਆਸ ਹੈ ਵੀ ਤੁਸੀਂ ਯਾਦ ਵੀ ਕੀਤੇ ਹੋਣਗੇ, ਕਿਉਂਕਿ ਇਹ ਮੀਨਿੰਗ ਜਦੋਂ ਆਪਾਂ ਦਾ ਕਿੰਗ ਐਂਡ ਹਿਜ ਸੰਸ ਸਟੋਰੀ ਪੜ੍ਹਾਂਗੇ ਤਾਂ ਇਸ ਦੇ ਵਿੱਚ ਤੁਹਾਨੂੰ ਬਹੁਤ ਹੈਲਪਫੁਲ ਹੋਣਗੇ। ਇਹ ਤੁਹਾਨੂੰ ਸਟੋਰੀ ਸਮਝਣ ਦੇ ਵਿੱਚ ਬੜੀ ਆਸਾਨੀ ਰਹੂਗੀ। ਠੀਕ ਹੈ ਜੀ। ਅਤੇ ਆਪਾਂ ਨੇ ਜਿਹੜੇ ਕੱਲ੍ਹ ਵਰਡ ਮੀਨਿੰਗ ਕੀਤੇ ਸੀਗੇ, ਅਤੇ ਹੁਣ ਉਸ ਤੋਂ ਅੱਗੇ ਆਪਾਂ ਅੱਜ ਫਸਟ ਲੈਸਨ ਦੀ ਟਰਾਂਸਲੇਸ਼ਨ ਸਟਾਰਟ ਕਰਦੇ ਹਾਂ। ਕਲਾਸ 4th ਸਬਜੈਕਟ ਇੰਗਲਿਸ਼, ਲੈਸਨ ਫਸਟ, ਦਾ ਕਿੰਗ ਐਂਡ ਹਿਜ ਸੰਸ। ਕਰੋ ਜੀ ਸਟਾਰਟ। ਹਾਂਜੀ ਬੱਚੇ, ਆਪਣਾ ਫਸਟ ਲੈਸਨ ਹੈਗਾ ਹੈ ਦਾ ਕਿੰਗ ਐਂਡ ਹਿਜ ਸੰਸ। ਫਸਟ ਲੈਸਨ ਹੈ। ਇਹਦੇ ਵਿੱਚ ਹੂ ਲਿਵਜ਼ ਇਨ ਏ ਪੈਲੇਸ, ਮਹਿਲਾਂ ਵਿੱਚ ਕੌਣ ਰਹਿੰਦਾ ਹੈ? ਰਾਜੇ ਮਹਾਰਾਜੇ ਰਹਿੰਦੇ ਨੇ ਨਾ। ਸੈਕਿੰਡ ਹੈਗਾ ਵੀ ਹੈਵ ਯੂ ਐਵਰ ਰੀਡ ਅ ਸਟੋਰੀ ਅਬਾਊਟ ਐਨੀ ਕਿੰਗ। ਬੱਚੋ ਤੁਸੀਂ ਜ਼ਰੂਰ ਕਿਸੇ ਰਾਜੇ ਦੀ ਕਹਾਣੀ ਆਪਣੇ ਦਾਦਾ ਦਾਦੀ ਕੋਲੋਂ, ਆਪਣੇ ਮਾਤਾ ਪਿਤਾ ਕੋਲੋਂ ਜ਼ਰੂਰ ਸੁਣੀ ਹੋਵੇਗੀ। ਅੱਜ ਆਪਾਂ ਨੇ ਇਹ ਵੀ ਸਟੋਰੀ ਇੱਕ ਰਾਜੇ ਅਤੇ ਉਸਦੇ ਪੁੱਤਰਾਂ ਦੀ ਕਹਾਣੀ ਹੈ। ਇਹ ਆਪਾਂ ਅੱਜ ਪੜ੍ਹਦੇ ਹਾਂ। ਇਹਦੇ ਵਿੱਚ ਨਿਊ ਵਰਡ ਦਿੱਤੇ ਹੋਏ ਨੇ ਪਹਿਲਾਂ ਆਪਾਂ ਨੂੰ, ਇਹ ਮੈਂ ਕੱਲ੍ਹ ਤੁਹਾਨੂੰ ਲਿਖਵਾਏ ਵੀ ਸੀਗੇ। ਚਲੋ ਆਪਾਂ ਇੱਕ ਵਾਰੀ ਇਹਨੂੰ 1 ਮਿੰਟ ਦੇ ਵਿੱਚ ਰਿਵੀਜ਼ਨ ਕਰ ਲਈਏ। ਪਹਿਲਾ ਹੈਗਾ ਜੀ ਅਨਏਬਲ। ਅਨਏਬਲ ਮੀਨਸ ਅਯੋਗ। ਸੈਕਿੰਡ ਹੈਗਾ ਡਿਸਾਈਡ। ਡਿਸਾਈਡ ਮੀਨਸ ਨਿਰਣਾ ਕਰਨਾ। ਨੈਕਸਟ ਹੈਗਾ ਬੱਚੇ ਟਾਸਕ। ਟਾਸਕ ਮੈਂ ਤੁਹਾਨੂੰ ਦੱਸਿਆ ਸੀ ਕੱਲ੍ਹ ਕਿ ਟਾਸਕ ਦਾ ਮਤਲਬ ਹੁੰਦਾ ਹੈ ਕੰਮ। ਨੈਕਸਟ ਹੈਗਾ ਬੱਚੇ ਉਹ ਸਕਸੈਸਰ। ਸਕਸੈਸਰ ਹੁੰਦਾ ਹੈਗਾ ਉੱਤਰਾਧਿਕਾਰੀ। ਅੱਗੇ ਹੈਗਾ ਜੀ ਐਨਫ। ਐਨਫ ਮੀਨਸ ਕਾਫੀ ਜਾਂ ਬਹੁਤ ਸਾਰਾ। ਅੱਗੇ ਹੈਗਾ ਜੀ ਸਪਰੈਡ। ਸਪਰੈਡ ਮੀਨਸ ਫੈਲਾਉਣਾ, ਫੈਲਣਾ, ਖਿਲਾਰਨਾ। ਠੀਕ ਹੈ ਜੀ। ਅਗਲਾ ਹੈਗਾ ਜੀ ਪਲੀਜ਼ਡ। ਪਲੀਜ਼ਡ ਦਾ ਮੀਨਸ ਹੈਪੀ ਵੀ ਹੁੰਦਾ ਹੈਗਾ। ਪਲੀਜ਼ਡ ਮੀਨਸ ਖੁਸ਼, ਮਤਲਬ ਹੈਪੀ ਮੀਨਸ ਵੀ ਖੁਸ਼, ਹੈ ਨਾ। ਇੱਥੇ ਪਲੀਜ਼ਡ ਨੂੰ ਆਪਾਂ ਕੀ ਕਹਾਂਗੇ? ਖੁਸ਼। ਮਿਨਿਸਟਰ ਮੀਨਸ ਮੰਤਰੀ। ਠੀਕ ਹੈ ਬੱਚੇ। ਚਲੋ ਹੁਣ ਆਪਾਂ ਅੱਗੇ ਸਟੋਰੀ ਸਟਾਰਟ ਕਰਦੇ ਹਾਂ। ਵੰਸ ਅਪੋਨ ਏ ਟਾਈਮ ਦੇਅਰ ਵਾਜ਼ ਅ ਕਿੰਗ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਵੀ ਉੱਥੇ ਇੱਕ ਰਾਜਾ ਸੀ। ਹੀ ਹੈਡ 3 ਸਨਸ। ਉਸਦੇ 3 ਪੁੱਤਰ ਸਨ। ਦਾ ਕਿੰਗ ਵਾਜ਼ ਵੈਰੀ ਓਲਡ। ਰਾਜਾ ਬਹੁਤ ਬੁੱਢਾ ਸੀ। ਹੀ ਡਿਸਾਈਡਡ ਟੂ ਚੂਜ਼ ਵਨ ਆਫ ਹਿਜ਼ ਸਨਸ ਐਜ਼ ਹਿਜ਼ ਸਕਸੈਸਰ। ਉਹ ਇਹ ਨਿਰਣਾ ਕਰਨਾ ਚਾਹੁੰਦਾ ਸੀ ਆਪਣੇ 3 ਬੱਚਿਆਂ ਦੇ ਵਿੱਚੋਂ ਕਿ ਉਸ ਦਾ ਉੱਤਰਾਧਿਕਾਰੀ ਕੌਣ ਹੋਵੇਗਾ। ਉਸ ਦੇ ਰਾਜ ਭਾਗ ਨੂੰ ਸੰਭਾਲਣ ਵਾਲਾ ਅੱਗੇ 3 ਦੇ ਵਿੱਚੋਂ ਕੌਣ ਹੋਵੇਗਾ। ਬਟ ਆਲ ਹਿਜ਼ ਸਨਸ ਵਰ ਬਰੇਵ ਐਂਡ ਵਾਈਜ਼। ਵਾਈਜ਼ ਬੇਟਾ ਤੁਹਾਡੇ ਵਾਸਤੇ ਨਵਾਂ ਸ਼ਬਦ ਸੀਗਾ। ਵਾਈਜ਼ ਮੀਨਸ ਇੰਟੈਲੀਜੈਂਟ। ਠੀਕ ਹੈ ਜੀ। ਵਟ ਆਲ ਹਿਜ਼ ਸਨਸ ਵਰ ਬਰੇਵ ਐਂਡ ਵਾਈਜ਼। ਪਰੰਤੂ ਉਸਦੇ ਸਾਰੇ ਲੜਕੇ ਸੀ, ਜਿਹੜੇ ਪੁੱਤਰ ਸੀਗੇ, ਉਹ ਬਹੁਤ ਬਹਾਦਰ ਅਤੇ ਬੁੱਧੀਮਾਨ ਸੀਗੇ। ਸੋ ਹੀ ਵਾਜ਼ ਅਨਏਬਲ ਟੂ ਡਿਸਾਈਡ। ਇਸ ਕਰਕੇ ਉਸਨੂੰ ਨਿਰਣਾ ਕਰਨਾ ਮੁਸ਼ਕਿਲ ਹੋ ਰਿਹਾ ਸੀਗਾ, ਔਖਾ ਹੋ ਰਿਹਾ ਸੀਗਾ। ਐਟ ਲਾਸਟ ਹੀ ਥੋਟ ਆਫ ਏ ਪਲਾਨ। ਅੰਤ ਵਿੱਚ ਉਸਨੇ ਇੱਕ ਯੋਜਨਾ ਬਣਾਈ, ਪਲਾਨ ਸੋਚਿਆ। ਹੀ ਕਾਲਡ ਹਿਜ਼ ਸਨਸ। ਉਸਨੇ ਆਪਣੇ ਪੁੱਤਰਾਂ ਨੂੰ ਬੁਲਾਇਆ। ਹੀ ਗੇਵ ਅ ਗੋਲਡ ਕੁਆਇਨ ਟੂ ਈਚ ਆਫ ਦੈਮ। ਉਸਨੇ ਹਰ ਇੱਕ ਨੂੰ ਇੱਕ ਸੋਨੇ ਦਾ ਸਿੱਕਾ ਦੇ ਦਿੱਤਾ। ਹੀ ਆਸਕਡ ਦੈਮ ਟੂ ਬ੍ਰਿੰਗ ਸੱਚ ਥਿੰਗਸ ਵਿਦ ਦਾ ਗੋਲਡ ਕੁਆਇਨਸ
that can cover the whole space of a big room। ਉਸਨੇ ਆਪਣੇ ਬੱਚਿਆਂ ਨੂੰ ਇਹ ਸਿੱਕਾ ਦੇ ਕੇ ਕਿਹਾ, ਸੋਨੇ ਦਾ ਸਿੱਕਾ ਦੇ ਕੇ ਕਿਹਾ ਕਿ ਕੋਈ ਅਜਿਹੀ ਚੀਜ਼ ਲੈ ਕੇ ਆਓ ਜੋ ਵੱਡੇ ਕਮਰੇ ਨੂੰ ਸਾਰੀ ਸਪੇਸ ਨੂੰ, ਵੱਡੇ ਕਮਰੇ ਦੀ ਸਾਰੀ ਸਪੇਸ ਨੂੰ ਭਰ ਦੇਵੇ। ਹੀ ਗੇਵ 1 week ਫॉर ਦਿਸ ਟਾਸਕ। ਉਸਨੇ ਇਹ ਕੰਮ ਕਰਨ ਲਈ ਕਿੰਨਾ ਸਮਾਂ ਦਿੱਤਾ ਉਹਨਾਂ ਨੂੰ? 1 ਹਫ਼ਤੇ ਦਾ, 1 week। ਆਲ ਦਾ 3 sons went in search of such things। ਤਿੰਨੋਂ ਬੱਚੇ ਇਸ ਚੀਜ਼ ਦੀ ਭਾਲ ਵਿੱਚ ਚਲੇ ਗਏ। ਦਾ ਫਸਟ ਸਨ ਬੌਟ ਕਾਟਨ। ਫਸਟ ਮੀਨਜ਼ ਪਹਿਲਾ, ਸਨ ਮੀਨਜ਼ ਪੁੱਤਰ, ਬੌਟ ਮੀਨਜ਼ ਖਰੀਦਿਆ, ਕਾਟਨ ਮੀਨਜ਼ ਕਪਾਹ ਜਾਂ ਰੂੰ। ਪਹਿਲੇ ਬੱਚੇ ਨੇ ਕੀ ਖਰੀਦੀ ਬੱਚਾ? ਕਪਾਹ ਜਾਂ ਰੂੰ ਖਰੀਦ ਲਈ। ਹੀ ਥੋਟ ਦੈਟ ਇਟ ਵਾਜ਼ ਲਾਈਟ ਇਨ ਵੇਟ। ਉਸਨੇ ਸੋਚਿਆ ਵੀ ਇਸ ਦਾ ਭਾਰ ਘੱਟ ਹੁੰਦਾ ਹੈ। ਐਂਡ ਵੁੱਡ ਹੀ ਐਨਫ ਟੂ ਫਿਲ ਦਾ ਹੋਲ ਸਪੇਸ ਆਫ ਦਾ ਰੂਮ। ਵੀ ਇਸ ਕਰਕੇ ਇਹ ਕਮਰੇ ਦਾ ਸਾਰੀ ਜਗ੍ਹਾ ਜਿਹੜੀ ਉਹ ਭਰ ਦੇਵੇਗੀ। ਦਾ ਸੈਕਿੰਡ ਸਨ ਵੈਂਟ ਟੂ ਦਾ ਸਿਟੀ ਆਫ ਗ੍ਰੇਪਸ। ਦੂਸਰਾ ਪੁੱਤਰ ਸੀ ਜਿਹੜਾ ਉਹਦਾ, ਉਹ ਅੰਗੂਰਾਂ ਦੇ ਸ਼ਹਿਰ ਵਿੱਚ ਗਿਆ। ਹੀ ਬੌਟ ਗ੍ਰੇਪਸ ਵਿਦ ਹਿਜ਼ ਕੁਆਇਨ। ਉਸਨੇ ਆਪਣੇ ਸਿੱਕੇ ਦੇ ਗ੍ਰੇਪਸ ਜਾਣੀ ਅੰਗੂਰ ਖਰੀਦ ਲਏ। ਦਾ ਥਰਡ ਸਨ ਵਾਜ਼ ਵੈਰੀ ਵਾਈਜ਼। ਤੀਸਰਾ ਲੜਕਾ ਬਹੁਤ ਸਿਆਣਾ, ਸਮਝਦਾਰ, ਇੰਟੈਲੀਜੈਂਟ ਸੀਗਾ। ਹੀ ਡਿਡ ਨਾਟ ਗੋ ਵੈਰੀ ਫਾਰ। ਉਹ ਬਹੁਤ ਦੂਰ ਨਹੀਂ ਗਿਆ। ਨੈਕਸਟ ਪੈਰਾ ਪੜ੍ਹੋ ਬੇਟੇ। ਆਫਟਰ 1 week, 1 ਹਫ਼ਤੇ ਬਾਅਦ, ਦਾ ਕਿੰਗ ਕਾਲਡ ਹਿਜ਼ ਸਨਸ ਐਂਡ ਦਾ ਮਿਨਿਸਟਰਸ ਇਨ ਦਾ ਕੋਰਟ। 1 ਹਫ਼ਤੇ ਬਾਅਦ ਰਾਜੇ ਨੇ ਆਪਣੇ ਪੁੱਤਰਾਂ ਅਤੇ ਮੰਤਰੀਆਂ ਨੂੰ ਕੋਰਟ ਵਿੱਚ ਬੁਲਾਇਆ। ਹੀ ਵੈਂਟ ਟੂ ਦਾ ਬਿਗ ਰੂਮ ਵਿਦ ਹਿਜ਼ 3 sons ਐਂਡ ਦਾ ਮਿਨਿਸਟਰਸ। ਉਹ ਵੱਡੇ ਕਮਰੇ ਵਿੱਚ ਆਪਣੇ ਤਿੰਨੇ ਪੁੱਤਰਾਂ ਅਤੇ ਮੰਤਰੀਆਂ ਸਮੇਤ ਚਲਾ ਗਿਆ। ਦਾ ਫਸਟ ਸਨ ਸਪਰੈਡ ਦਾ ਕਾਟਨ। ਪਹਿਲੇ ਪੁੱਤਰ ਨੇ ਕਪਾਹ ਵਸਾ ਦਿੱਤੀ। ਬਟ ਇਟ ਡਿਡ ਨਾਟ ਕਵਰ ਦਾ ਹੋਲ ਸਪੇਸ। ਪਰੰਤੂ ਇਸਨੇ ਕਮਰੇ ਦੀ ਜਿਹੜੀ ਸਾਰੀ ਜਗ੍ਹਾ ਸੀ ਉਸ ਨੂੰ ਕਵਰ ਨਹੀਂ ਕੀਤਾ, ਨਹੀਂ ਢਕਿਆ। ਦਾ ਸੈਕਿੰਡ ਸਨ ਸਪਰੈਡ ਦਾ ਗ੍ਰੇਪਸ। ਦੂਸਰੇ ਪੁੱਤਰ ਨੇ ਅੰਗੂਰ ਸੀ ਜਿਹੜੇ ਉਹ ਖੰਡਿਆ ਦਿੱਤੇ। ਬਟ ਦੋਜ਼ 2 ਵਰ ਨਾਟ ਐਨਫ ਟੂ ਕਵਰ ਦਾ ਹੋਲ ਸਪੇਸ। ਪਰੰਤੂ ਉਹ ਵੀ ਕਮਰੇ ਦੀ ਖਾਲੀ ਜਗ੍ਹਾ ਨੂੰ, ਪੂਰੀ ਖਾਲੀ ਜਗ੍ਹਾ ਨੂੰ ਨਾ ਭਰ ਸਕੇ। ਦਾ ਥਰਡ ਸਨ ਆਸਕਡ ਦਾ ਸਰਵੈਂਟ ਹੁੰਦਾ ਵਿੱਚ ਨੌਕਰ, ਟੂ ਸ਼ਟ ਦਾ ਡੋਰ ਐਂਡ ਦਾ ਵਿੰਡੋਜ਼ ਆਫ ਦਾ ਰੂਮ। ਤੀਸਰੇ ਪੁੱਤਰ ਨੇ ਨੌਕਰ ਨੂੰ ਕਮਰੇ ਦੀਆਂ ਦਰਵਾਜ਼ੇ ਅਤੇ ਬਾਰੀਆਂ ਬੰਦ ਕਰਨ ਲਈ ਕਿਹਾ। ਹੀ ਲਾਈਟਡ ਦਾ ਕੈਂਡਲਸ। ਉਸਨੇ ਮੋਮਬੱਤੀ ਜਗਾ ਦਿੱਤੀ। ਵਿਚ ਵਰ ਵੌਟ ਬਾਈ ਹਿਮ ਵਿਦ ਹਿਜ਼ ਗੋਲਡ ਕੁਆਇਨ। ਜਿਹੜੀ ਉਸਨੇ ਆਪਣੇ ਸੋਨੇ ਦੇ ਸਿੱਕੇ ਨਾਲ ਖਰੀਦ ਕੇ ਲਿਆਂਦੀ ਸੀ। ਦਾ ਹੋਲ ਰੂਮ ਵਾਜ਼ ਫਿਲਡ ਵਿਦ ਲਾਈਟ। ਸਾਰਾ ਕਮਰਾ ਕਾਹਦੇ ਨਾਲ ਭਰ ਗਿਆ ਜੀ? ਲਾਈਟ ਨਾਲ। ਸਾਰਾ ਕਮਰਾ ਲਾਈਟ ਨਾਲ ਭਰ ਗਿਆ। ਦਾ ਕਿੰਗ ਵਾਜ਼ ਵੈਰੀ ਪਲੀਜ਼ਡ। ਰਾਜਾ ਬਹੁਤ ਖੁਸ਼ ਹੋਇਆ। ਪਲੀਜ਼ਡ ਮੀਨਜ਼ ਖੁਸ਼। ਰਾਜਾ ਬਹੁਤ ਖੁਸ਼ ਸੀ। ਵਿਦ ਦਾ ਥਰਡ ਸਨ। ਕਿਹਦੇ ਤੋਂ? ਤੀਸਰੇ ਪੁੱਤਰ ਤੋਂ। ਹੀ ਅਨਾਊਂਸਡ ਹਿਮ ਐਜ਼ ਦਾ ਫਿਊਚਰ ਕਿੰਗ। ਰਾਜੇ ਨੇ ਆਪਣਾ ਭਵਿੱਖ ਦਾ ਰਾਜਾ ਆਪਣੇ ਤੀਸਰੇ ਪੁੱਤਰ ਨੂੰ ਘੋਸ਼ਿਤ ਕਰ ਦਿੱਤਾ ਕਿ ਅੱਗੇ ਤੋਂ ਜਿਹੜਾ ਰਾਜਾ ਹੋਊਗਾ ਉਹ ਮੇਰਾ ਤੀਸਰਾ ਪੁੱਤਰ ਹੋਊਗਾ। ਸੋ ਬੱਚਿਓ, ਬੜੀ ਇੰਟਰਸਟਿੰਗ ਸਟੋਰੀ ਸੀ ਇਹ, ਇੱਕ ਰਾਜਾ ਅਤੇ ਉਸਦੇ 3 ਪੁੱਤਰਾਂ ਵਿੱਚੋਂ, ਕਿ ਉਸਨੇ ਆਪਣੇ ਪੁੱਤਰ ਦੀ ਚੋਣ ਕਿੰਨੇ ਵਧੀਆ ਤਰੀਕੇ ਦੇ ਨਾਲ ਕੀਤੀ। ਇਸ ਤਰ੍ਹਾਂ ਹੀ ਤੁਸੀਂ
ਲੋਕਡਾਊਨ ਦੇ ਵਿੱਚ ਹੁਣ ਘਰੇ ਰਹਿ ਰਹੇ ਹੋ, ਤੁਹਾਡੇ ਕੋਲ ਬੁੱਕਸ ਵੀ ਨਹੀਂ ਹੈਗੀਆਂ, ਪਰੰਤੂ ਆਪਾਂ ਨੇ ਫਿਰ ਵੀ ਆਪਣਾ ਕੰਮ ਹੈ ਜਿਹੜੇ ਕਰਦੇ ਰਹਿਣਾ। ਆਪਣੇ ਕੋਲ ਜਿੱਦਾਂ ਦੇ ਸੋਰਸਿਸ ਹੈਗੇ ਨੇ ਉਹਨਾਂ ਦੀ ਮਦਦ ਦੇ ਨਾਲ ਆਪਾਂ ਨੇ ਇਹ ਜਿਹੜਾ ਆਪਣਾ ਕੰਮ ਹੈ ਉਹ ਕਰਦੇ ਰਹਿਣਾ, ਤਾਂ ਕਿ ਜਦੋਂ ਸਕੂਲ ਖੁੱਲ੍ਹਣ ਤਾਂ ਆਪਾਂ ਬਹੁਤ ਪਿੱਛੇ ਨਾ ਹੋਈਏ। ਸਮਾਂ ਆਪਣੇ ਸਿਲੇਬਸ ਨੂੰ ਕਵਰ ਕਰਦੇ ਹੋਏ ਬੱਚੇ ਇਸ ਨੂੰ ਤੁਸੀਂ ਆਪਣਾ ਯਾਦ ਕਰਨਾ ਹੈਗਾ, ਅਤੇ ਯਾਦ ਕਰਕੇ ਕੱਲ੍ਹ ਨੂੰ ਆਪਾਂ ਇਸਦੇ 3rd ਪਾਰਟ ਦੇ ਵਿੱਚ ਇਸਦੇ ਕੁਐਸਚਨ ਆਨਸਰ, ਮੈਚਿੰਗ, ਫਿਲ ਇਨ ਦਾ ਬਲੈਂਕਸ, ਮੇਕ ਦਾ ਸੈਂਟੈਂਸ ਉਹ ਕਰਾਂਗੇ। ਅਤੇ ਕੱਲ੍ਹ ਨੂੰ ਤੁਸੀਂ ਫਿਰ ਇਹਦਾ 3rd ਪਾਰਟ ਆ ਜਿਹੜਾ ਉਹ ਜ਼ਰੂਰ ਦੇਖਣਾ। ਥੈਂਕ ਯੂ ਬੇਟਾ।